ਵਾਹਿਗੁਰੂ ਸਾਹਿਬ ਜੀ। ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰਾ ਸੋ ਰਹਿਮ ਤੇਰੀ ਸੁਖ ਪਾਇਆ ਸਦਾ नानक की अरदास। कवन काज सिरजे जग भीतर जन्म कवन फल पाया पवनित तरन तारन चिंता मन एक विमुख ना यही मन लाया गोविंद हम ऐसे अपराधी हम ऐसे अपराधी जिन प्रभु जियो पिंड था दिया तिसकी पाओ भगत नहीं साधी गोविंद हम ऐसे अपराधी जिन प्रभु जियो पिंड था दिया तिसकी पाओ भगत नहीं साधी रहा पर धन पर तीनदा पर अपवाद न छूटे कवन होत है पुन एक प्रसंग ना टूटे जय घर कथा होत हर संतन एक निमक ना कीनो मैं फेरा लंपट चोर दूत मतवारे तिन संग सदा बसेरा काम क्रोध माया मद मत सारो ए संपैगो माही दया धर्म और गुरु की सेवा एक सुपनंतर दीन दया कृपा दामोदर भगत वचन भयहारी कह कबीर पीर जन राखो हर सेवा करो तुम्हारी दीन दया कृपा दामोदर भगत वचन भयहारी कहत कबीर पीर जन राखो हर सेवा करो तुम्हारी। वाहिगुरु जी का खालसा वाहिगुरु जी की फतेह। परम सम्मानयोग
ਸਹਿਬਾਂ ਦੀ ਮੁਬਾਰਕ ਗੋਦ ਵਿੱਚ ਜੁੜ ਬੈਠੇ ਅਤ ਸਤਿਕਾਰੇ ਵਡਭਾਗੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਸਤਿਕਾਰਯੋਗ ਕੀਰਤਨੀ ਜਥੇ ਪਾਸੋਂ, ਢਾਡੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਵਿਚਾਰ ਇਤਿਹਾਸ ਦੇ ਕੀਮਤੀ ਵਰਕੇ ਆਪ ਜੀ ਨੇ ਸਾਂਝੇ ਕੀਤੇ ਹਨ। ਜਿੱਥੇ ਅਸੀਂ ਸਾਰੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਉਪਦੇਸ਼, ਮੁਬਾਰਕ ਬਚਨਾਂ ਰਾਹੀਂ ਆਪਣੇ ਜੀਵਨ ਨੂੰ ਘੜਨ ਦਾ ਯਤਨ ਕਰ ਰਹੇ ਹਾਂ। ਆਓ ਭਗਤ ਕਬੀਰ ਜੀ ਦਾ ਪਾਵਨ ਸ਼ਬਦ ਜੋ ਆਪ ਜੀ ਨੇ ਪਾਠ ਰੂਪ ਵਿੱਚ ਸਰਵਣ ਕੀਤਾ ਹੈ, ਇਹ ਸ਼ਬਦ ਦੀ ਵਿਚਾਰ ਨਾਲ ਮਿਲ ਬੈਠ ਕੇ ਸਾਂਝਾ ਕਰਨ ਦਾ ਯਤਨ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਇੱਕ ਵਾਰ ਸਮੂਹ ਸੰਗਤ ਬੜੇ ਪਿਆਰ ਅਦਬ ਵਿੱਚ ਗੁਰਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੇ ਪਾਵਨ ਸ਼ਬਦ ਦੇ ਰਹਾਉ ਦੇ ਮੱਧ ਵਿੱਚ ਅਕਾਲ ਪੁਰਖ ਨੂੰ ਸੰਬੋਧਿਤ ਹੋ ਕੇ ਆਪਣੇ ਜੀਵਨ ਨੂੰ ਪੂਰਨ ਤਰੀਕੇ ਨਾਲ ਵਾਚ ਕੇ ਉਸ ਮਾਲਕ ਕਰਤਾ ਪੁਰਖ ਪਰਿਪੂਰਨ ਵਾਹਿਗੁਰੂ ਮਾਲਕ ਅੱਗੇ ਆਪਣੇ ਜੀਵਨ ਦੇ ਹਾਲ, ਆਪਣੇ ਜੀਵਨ ਦਾ ਹਾਲ ਬਿਆਨ ਕੀਤਾ ਹੈ। ਕਈ ਵਾਰੀ ਸਾਡੇ ਜੀਵਨ ਦੇ ਵਿੱਚ ਵੀ ਖਾਮੀ ਕਮੀ ਹੁੰਦੀ ਹੈ, ਪਰ ਅਸੀਂ ਨੂੰ ਨੋਟ ਵਿੱਚ ਨਹੀਂ ਲਿਆਉਂਦੇ। ਇਸੇ ਕਰਕੇ ਉਹ ਜੀਵਨ ਚੋਂ ਨਿਕਲਦੀ ਨਹੀਂ ਹੈ। ਜਿਹਨੂੰ ਆਪਣੇ ਜੀਵਨ ਦੀ ਖਾਮੀ ਨੋਟ ਨਾ ਹੋਵੇ ਉਹਨੂੰ ਕੱਢ ਨਹੀਂ ਪਾਏਗਾ। ਜਿਹਨੂੰ ਰੋਗ ਬਾਰੇ ਨਹੀਂ ਪਤਾ ਉਹਨੇ ਇਲਾਜ ਕੀ ਕਰ ਸਕੇਗਾ। ਰੋਗ ਦਾ ਪਤਾ ਹੀ ਨਾ ਹੋਵੇ, ਰੋਗੀ ਮਨੁੱਖ ਹੋਵੇ ਤੇ ਨਾ ਉਹਨੇ ਡਾਕਟਰ ਕੋਲ ਜਾਣਾ ਹੈ, ਨਾ ਉਹਨੇ ਦਵਾਈ ਖਾਣੀ ਹੈ, ਨਾ ਉਹਨੇ ਪਰਹੇਜ਼ ਕਰਨਾ ਹੈ, ਉਹ ਰੋਗ ਨਹੀਂ ਨਿਕਲਣਾ। ਉਹੀ ਰੋਗ ਕਈ ਵਾਰੀ ਖੂਨ ਵਿੱਚ ਐਸਾ ਰੱਜ ਜਾਂਦਾ ਹੈ, ਮਨੁੱਖ ਦਾ ਸੁਭਾਅ ਹੀ ਬਣ ਗਿਆ ਹੁਣ ਰੋਗੀ ਹੋਣ ਦਾ। ਹੁਣ ਮਨੁੱਖ ਨਾ ਉਸ ਰੋਗ ਬਾਰੇ ਖਬਰਦਾਰ ਹੈ, ਬੇਖਬਰ ਹੋ ਚੁੱਕਾ ਹੈ। ਭਗਤ ਕਬੀਰ ਸਾਹਿਬਾਨ ਨੇ ਇਹ ਪਾਵਨ ਸ਼ਬਦ ਦੇ ਵਿੱਚ ਆਪਣੇ ਸਮੁੱਚੇ ਜੀਵਨ ਦੇ ਵਿੱਚ ਸਾਡੇ ਜੋ ਖਾਮੀਆਂ, ਜੋ ਵਾਇਰਸ ਆ ਜਾਂਦਾ ਹੈ, ਨਾ ਚਾਹੁੰਦੇ ਆ ਜਾਂਦਾ। ਮਨੁੱਖ ਨਹੀਂ ਚਾਹੁੰਦਾ ਮੈਂ ਅਵਗੁਣਾ ਵਾਲਾ ਭਰਾਂ, ਮੈਂ ਆਪਣੇ ਜੀਵਨ ਨੂੰ ਅਵਗੁਣਾ ਨਾਲ ਭਰ ਲਵਾਂ। ਕੋਈ ਚਾਹੁੰਦਾ? ਕੋਈ ਮਨੁੱਖ ਨਹੀਂ ਚਾਹੁੰਦਾ ਮੈਂ ਗੁਨਾਹਗਾਰ ਹੋਵਾਂ, ਮੈਂ ਅਪਰਾਧੀ ਬਣਾ। ਹਰ ਮਨੁੱਖ ਦਾ ਇੱਕ ਯਤਨ ਹੁੰਦਾ ਹੈ, ਨਿਤਨੇਮ ਕਰਦਾ ਹੈ, ਬਾਣੀ ਦਾ ਪਾਠ ਕਰਦਾ ਹੈ, ਕੀਰਤਨ ਕਥਾ ਧਾਰਮਿਕ ਸਥਾਨਾਂ ਤੇ ਯਾਤਰਾਵਾਂ ਕਰਦਾ ਹੈ। ਮਨੁੱਖ ਦਾ ਸਾਰਾ ਉਪਰਾਲਾ ਇਸੇ ਵਜ੍ਹਾ ਤੇ ਖੜਾ ਹੁੰਦਾ ਹੈ ਕਿ ਮੈਂ ਨੇਕ ਇਨਸਾਨ ਬਣਾ, ਮੈਂ ਚੰਗਾ ਬਣਾ, ਮੈਂ ਆਪਣੇ ਜੀਵਨ ਦੇ ਵਿੱਚ ਚੰਗਿਆਈ ਖੱਟਾਂ, ਨੇਕ ਗੁਣਾਂ ਦਾ ਗਾਹਕ ਬਣਾ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਮਾਲਕ ਜੀ ਮੈਂ ਆਪਣੇ ਜੀਵਨ ਵਿੱਚ ਆਏ ਹੋਏ ਗੁਨਾਹਾਂ ਨੂੰ ਲੁਕਾਉਂਦਾ ਨਹੀਂ ਪਿਆ। ਮੈਂ ਤੁਹਾਡੇ ਸਾਹਮਣੇ ਤੁਹਾਨੂੰ ਸਮਝ ਕੇ ਆਪਣੇ ਗੁਨਾਹ ਦੱਸਣਾ ਚਾਹੁੰਦਾ ਹਾਂ, ਕਿਉਂਕਿ ਤੁਹਾਡੇ ਤੇ ਸਾਡੇ ਇੰਨੇ ਪਰਉਪਕਾਰ ਨੇ, ਬੇਅੰਤ ਤੁਸੀਂ ਸਾਡੇ ਤੇ ਪਰਉਪਕਾਰ ਕੀਤੇ ਨੇ। ਤੁਹਾਡਾ ਆਪਣੇ ਥਾਂ ਤੇ ਪਰਉਪਕਾਰ ਖਰਾ ਸੀ, ਪਰ ਮਾਲਕ ਜੀ ਅਸੀਂ ਤੁਹਾਡੇ ਸਾਹਮਣੇ ਖਰੇ ਨਹੀਂ ਬਣ ਸਕੇ, ਖਰੇ ਨਹੀਂ ਉਤਰ ਸਕੇ। ਰਹਾਉ ਦੇ ਮਨ ਵਿੱਚ ਭਗਤ ਕਬੀਰ ਕਹਿੰਦੇ ਨੇ, ਗੋਬਿੰਦ, ਗੋਬਿੰਦ ਦਾ ਅਰਥ ਹੈ ਧਰਤੀ ਦੇ ਮਾਲਕ। ਗੋ ਦਾ ਅਰਥ ਹੈ ਧਰਤੀ, ਜਿਹੜੀ ਧਰਤੀ ਸਾਨੂੰ ਰਹਿਣ ਵਾਸਤੇ ਮਾਲਕ ਨੇ ਦਿੱਤੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਅਸੀਂ ਇੱਥੇ ਹੀ ਬਤੀਤ ਕਰਨਾ ਹੈ। ਹੇ ਧਰਤੀ ਦੇ ਮਾਲਕ ਜੀ, ਇਹ ਇਸ ਘਰ ਨੂੰ ਬਣਾਉਣ ਵਾਲੇ ਕਰਤਾ ਪੁਰਖ ਜੀ, ਗੋਬਿੰਦ ਹਮ ਐਸੇ ਅਪਰਾਧੀ, ਹੇ ਮਾਲਕਾ ਅਸੀਂ ਇਹੋ ਜਿਹੇ ਅਪਰਾਧੀ ਹਾਂ, ਇਹੋ ਜਿਹੇ ਅਸੀਂ ਗੁਨਾਹਗਾਰ। ਹੋ ਸਕਦਾ ਸਮਾਜ ਦੇ ਲੋਕ ਸਾਡੇ ਗੱਲ ਸਰੋਪੇ ਪਾ ਕੇ ਜਕਾਰੇ ਛੱਡਦੇ ਹਨ, ਉਹ ਕਹਿਣ ਤਾਂ ਧਰਮੀ ਬੜਾ ਹੈ। ਲੋਕਾਂ ਦੀ ਹੇ ਮਾਲਕ ਜੀ ਪ੍ਰਮਾਣਤਾ ਮਿਲ ਸਕਦੀ ਹੈ, ਕੋਈ ਔਖਾ ਕਾਜ ਨਹੀਂ ਹੈ। ਲੋਕ ਮਰ ਸਕਦੇ ਨੇ ਕਿ ਇਹ ਮਨੁੱਖ ਧਰਮ ਦੇ ਕਾਜ ਕਰਦਾ ਹੈ, ਧਰਮ ਦੇ ਉਪਰਾਲੇ ਕਰਦਾ ਹੈ, ਯਤਨ ਕਰਦਾ ਹੈ, ਸੇਵਾਵਾਂ ਕਰਦਾ ਹੈ, ਧਰਮੀ ਹੋਏਗਾ। ਪਰ ਇੱਕ ਥਾਂ ਤੇ ਭਗਤ ਕਬੀਰ ਨੇ ਆਖਿਆ, ਲੋਕ ਪਤੀਣੇ ਕਛੂ ਨਾ ਹੋਵੇ। ਲੋਕਾਂ ਦੇ ਪਤੀਜ ਜਾਣਨਾ, ਲੋਕਾਂ ਦੀ ਪ੍ਰਮਾਣਤਾ ਦੇ ਨਾਲ ਗੱਲ ਬਣਨੀ ਥੋੜਾ ਸੀ। ਕਈ ਵਾਰੀ ਤੁਸੀਂ ਵੇਖੋ ਮਨੁੱਖ ਦੇ ਔਗੁਣ ਦੀ ਵੀ ਲੋਕ ਤਾਰੀਫ ਕਰ ਦਿੰਦੇ ਨੇ। ਇਹ ਸਮਾਜ ਦਾ ਸੁਭਾਅ ਹੈ।
ਮਨ ਕਰਮ ਕਾਂਡੀ ਹੋਵੇ ਤੇ ਉੱਥੇ ਵੀ ਨਾਲ ਸਪੋਰਟ ਕਰੀ ਜਾਣਗੇ, ਤੂੰ ਲੱਗਾ ਰਹਿ, ਕੋਈ ਗੱਲ ਹੀ ਨਹੀਂ। ਮਨੁੱਖ ਕੁਰਾਏ ਪੈ ਗਿਆ ਹੋਵੇ ਤੇ ਕਈ ਵਾਰੀ ਸਮਾਜ ਕਹਿੰਦਾ ਤੂੰ ਕੋਈ ਨਹੀਂ, ਤੁਰਿਆ ਚੱਲ, ਪਹੁੰਚ ਜਾਏਗਾ। ਸਮਾਜ ਕਈ ਵਾਰੀ ਆਪਣਾ ਤੇ ਵੀ ਮੋਹਰ ਲਾ ਦਿੰਦਾ ਹੈ, ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮਾਲਕ ਜੀ ਤੁਹਾਡੇ ਤੋਂ ਕਿੱਦਾਂ ਛੁਪਾਇਆ ਜਾ ਸਕਦਾ ਹੈ। ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਇਹ ਆਣਾ, ਉੱਤੇ ਆਣਾ ਨਹੀਂ ਹੈਗਾ ਨਾ। ਉਹਨੂੰ ਤਾਂ ਬਾਣੀ ਅੰਤਰਜਾਮੀ ਕਹਿੰਦੀ ਹੈ, ਉਹ ਅੰਦਰ ਦੀਆਂ ਜਾਣ ਲੈਂਦਾ ਹੈ, ਅੰਦਰ ਦੀਆਂ। ਕਈ ਵਾਰੀ ਸਾਡੇ ਅੰਦਰ ਜਿਹੜੇ ਪਾਪ ਹੁੰਦੇ ਨੇ ਨਾ, ਪਾਪ ਫੁਰਨੇ ਉੱਠਦੇ ਨੇ, ਉਹ ਬਾਹਰ ਨਜ਼ਰ ਨਹੀਂ ਆਉਂਦੇ, ਬਾਹਰ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਕਈ ਵਾਰੀ ਧੀ ਪੁੱਤਰ ਵੀ ਨਹੀਂ ਉਹਨੂੰ ਦੇਖ ਸਕਦੇ, ਪਰ ਅੰਦਰ ਪਾਪ ਚੱਲ ਰਿਹਾ ਹੈ, ਪਾਪਾਂ ਦਾ ਅੰਦਰ ਬੋਝ ਲਈ ਫਿਰਦਾ ਹੈ। ਪਾਪਾਂ ਦਾ ਮਾਫ ਕਰਿਓ, ਸਮਾਜ ਦੇ ਵਿੱਚ ਕੋਈ ਥਰਮਾਮੀਟਰ ਨਹੀਂ ਜਿਹਾ ਹੈਗਾ ਕਿ ਕੋਈ ਵੇਖੇ ਦੇ ਅੰਦਰ ਪਾਪ ਕਿੰਨੇ ਨੇ, ਇਹਦੇ ਅੰਦਰ ਪਾਪ ਕਿੰਨੇ ਨੇ, ਕਿਤਨਾ ਵੱਡਾ ਪਾਪੀ ਹੈ, ਕੋਈ ਨਹੀਂ ਦੇਖ ਪਾਉਂਦਾ ਨਾ। ਅਜੇ ਤੱਕ ਅਦਾਲਤਾਂ ਬਣੀਆਂ ਨੇ ਉਹਨੂੰ ਸਜ਼ਾ ਦੇਣ ਵਾਲੀਆਂ, ਨਾ ਪਾਪੀ ਨੂੰ ਸਜ਼ਾ ਦੇਣ ਵਾਲੇ ਕੋਈ ਵਕੀਲ ਆਵਾਜ਼ ਚੁੱਕਦੇ ਨੇ। ਹਾਂ, ਜਦੋਂ ਅਪਰਾਧ ਉਹਨੂੰ ਕਰ ਬੈਠਦਾ ਨਾ, ਉਹ ਪਾਪਾਂ ਦਾ ਜਦੋਂ ਪ੍ਰੈਕਟੀਕਲ ਕਰ ਬੈਠਦਾ ਹੈ, ਜਦੋਂ ਜ਼ਾਹਰ ਹੁੰਦੇ ਨੇ ਉਹ ਪਾਪ, ਉਦੋਂ ਕੇਸ ਚੱਲਦੇ ਨੇ, ਉਦੋਂ ਅਦਾਲਤਾਂ ਦੇ ਪਿੱਛੇ ਜਾਂਦਾ ਹੈ, ਉਦੋਂ ਗਿਣਿਆ ਜਾਂਦਾ ਹੈ ਕਿ ਇਸ ਮਨੁੱਖ ਨੇ ਗੁਨਾਹ ਕੀਤੇ ਨੇ, ਇਹ ਅਪਰਾਧੀ ਹੈ, ਇਹ ਅਪਰਾਧੀ ਹੈ। ਪਰ ਅੰਦਰ ਦੇ ਅਪਰਾਧ ਕੌਣ ਦੇਖੇ? ਪਰ ਬਾਬਾ ਕਬੀਰ ਜੀ ਅੰਤਰਜਾਮੀ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਨੇ, ਮਾਲਕਾ ਹੋ ਸਕਦਾ ਮੈਂ ਦੁਨੀਆ ਦੀਆਂ ਅਦਾਲਤਾਂ ਤੋਂ ਬਚ ਚੁੱਕਾ ਹਾਂ, ਹੋ ਸਕਦਾ ਕੋਈ ਵਕੀਲ ਮੇਰੇ ਤੇ ਪਰਚਾ ਦਰਜ ਨਾ ਕਰੇ, ਲੋਕ ਮੈਨੂੰ ਅਪਰਾਧੀ ਨਾ ਕਹਿਣ। ਜਿਵੇਂ ਗੁਰਦੇਵ ਨੇ ਬਾਣੀ ਵਿੱਚ ਆਖਿਆ ਨਾ, ਮਾਨਸਾ ਦੀ ਬਾਣੋ ਕੋਈ ਭਜ ਨਾ ਸਮ ਨਿਕਲੇ, ਬੰਦਿਆਂ ਦੀਆਂ ਅਦਾਲਤਾਂ ਤੋਂ ਕੋਈ ਭੱਜ ਨਾ ਨਿਕਲ ਸਕਦਾ। ਹਰ ਦੀ ਬਾਣੋ ਕੋਈ ਕਿੱਥੇ ਜਾਇਆ, ਕੋਈ ਕਿੱਥੇ ਬਚ ਕੇ ਜਾਏਗਾ, ਉਤੋਂ ਤੇ ਨਹੀਂ ਨਾ ਛੁਪਾਇਆ ਜਾ ਸਕਦਾ। ਤੇ ਭਗਤ ਕਬੀਰ ਜੀ ਕਹਿ ਰਹੇ ਨੇ, ਗੋਬਿੰਦ ਹਮ ਐਸੇ ਅਪਰਾਧੀ, ਅਸੀਂ ਇਹੋ ਜਿਹੇ ਅਪਰਾਧੀ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਗੁਨਾਹ ਅਪਰਾਧ ਕਿਹੋ ਜਿਹਾ ਹੋਣਾ ਜਿਹੜਾ ਕਬੂਲ ਕੀਤਾ ਜਾ ਰਿਹਾ? ਕੋਈ ਚੋਰੀ ਨਹੀਂ ਕੀਤੀ, ਕੋਈ ਡਾਕਾ ਨਹੀਂ ਮਾਰਿਆ, ਝੂਠ ਨਹੀਂ ਬੋਲਿਆ, ਕਿਹੋ ਜਿਹਾ ਅਪਰਾਧ ਹੈ ਫਿਰ? ਉਹ ਅਪਰਾਧੀ ਦਾ ਨਿਸ਼ਾਨੀ ਕੀ ਹੈ? ਉਹਨੇ ਅਪਰਾਧ ਕਿਹੜਾ ਕੀਤਾ ਹੈ? ਤੇ ਅਗਲੀ ਪੰਕਤੀ ਵਿੱਚ ਭਗਤ ਕਬੀਰ ਨੇ ਜਵਾਬ ਦਿੱਤਾ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭੂ ਜੀਓ ਪਿੰਡ ਥਾ ਦਿਆ, ਜਿਸ ਮਾਲਕ ਨੇ ਜੀਓ ਤੇ ਪਿੰਡ ਦਾ ਅਰਥ ਹੈ ਪਿੰਡਾ, ਸਰੀਰ। ਜਿਨ ਪ੍ਰਭੂ ਜੀਓ ਪਿੰਡ ਥਾ ਦਿਆ, ਤਿਸ ਕੀ ਭਉ ਭਗਤ ਨਹੀਂ ਸਾਦੀ, ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ। ਆ ਸਾਡਾ ਅਪਰਾਧ ਹੈ, ਆ ਸਾਡਾ ਗੁਨਾਹ ਹੈ। ਜਿਸ ਕਰਤੇ ਨੇ ਜੀਓ ਤੇ ਪਿੰਡ ਦਿੱਤਾ ਸੀ, ਮਨ ਮਾਰ ਕੇ ਬਹਿ ਗਏ, ਇਹ ਤਾਂ ਸਾਡਾ ਹੈ। ਅਸੀਂ ਜੋ ਮਰਜ਼ੀ ਕਰੀਏ, ਦੀ ਕੱਟ ਵੱਧ ਕਰੀਏ, ਇਹਦੇ ਵਿੱਚ ਜੋ ਮਰਜ਼ੀ ਪਾਈਏ, ਸਾਡੀ ਮਰਜ਼ੀ ਹੈ। ਤੂੰ ਦੇਣਾ ਸੀ, ਦੇ ਦਿੱਤਾ। ਆਪਾਂ ਅਰਦਾਸ ਵਿੱਚ ਨਾ ਇੱਕ ਸ਼ਬਦ ਪੜ੍ਹਦੇ ਹਾਂ, ਮਾਫ ਕਰਿਓ, ਇਹ ਸਟੈਂਡਿੰਗ ਵਾਸਤੇ ਸ਼ਬਦ ਨਹੀਂ ਲਿਖਿਆ ਗਿਆ, ਸਾਨੂੰ ਧਿਆਨ ਦੇਣ ਦੀ ਲੋੜ ਹੈ। ਅਸੀਂ ਅਰਦਾਸ ਤੋਂ ਪਹਿਲਾਂ ਇੱਕ ਸ਼ਬਦ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਉਚਾਰਨ ਕੀਤਾ, ਗੌਰ ਕਰੀਏ ਉਹਨਾਂ ਸ਼ਬਦਾਂ ਦੇ ਵੱਲ, ਕਦੀ ਸਾਨੂੰ ਅਰਦਾਸ ਦਾ ਢੰਗ ਆ ਜਾਏਗਾ। ਸਾਨੂੰ ਸਮਰਪਿਤ ਦੀ ਭਾਵਨਾ ਗੁਰੂ ਨੇ ਸਿਖਾਈ ਹੈ। ਅਸੀਂ ਤਾਂ ਅਰਦਾਸ ਦਾ ਅਰਥ ਮੰਗਣਾ ਹੀ ਸਮਝਦੇ ਹਾਂ ਕਿ ਅਰਦਾਸ ਕੇਵਲ ਮੰਗਣਾ ਹੀ ਹੁੰਦਾ ਹੈ, ਪਰ ਗੁਰੂ ਸਾਹਿਬ ਨੇ ਉਸ ਪਾਵਨ ਸ਼ਬਦ ਵਿੱਚ ਕਿਤਨਾ ਪਿਆਰਾ ਜ਼ਿਕਰ ਕੀਤਾ ਹੈ। ਜੀਓ ਤੇ ਪਿੰਡ ਨੂੰ ਨਖੇੜ ਕੇ ਦੱਸਿਆ, ਇਹ ਕਿਹਦਾ ਤੇ ਕਿਹਨੂੰ ਦੇਣਾ ਚਾਹੀਦਾ, ਕਿਹਦੇ ਅੱਗੇ ਸੌਂਪਣਾ ਚਾਹੀਦਾ। ਇਹ ਨਾ ਤਾਂ ਨਾਈ ਤੇ ਨਾ ਕਿਸੇ ਬਿਊਟੀ ਪਾਰਲਰ ਵਾਲੇ ਅੱਗੇ ਜਾ ਕੇ ਰੱਖਣ ਦੀ ਲੋੜ ਸੀ, ਇਹ ਨਾ ਠੇਕਿਆਂ ਤੇ ਜਾ ਕੇ ਬੜਿਆ ਤਬਾਹ ਕਰਨ ਦੀ ਲੋੜ ਸੀ। ਆਪਾਂ ਅਰਦਾਸ ਦੇ ਮੋਹ ਵਿੱਚ ਆਰੰਭ ਵਿੱਚ ਸ਼ਬਦ ਪੜ੍ਹਦੇ ਆ, ਤੂੰ ਠਾਕੁਰ, ਸਾਰੇ ਪੜਿਓ, ਤੂੰ ਠਾਕੁਰ ਤੁਮ ਪੈ ਅਰਦਾਸ। ਇਹ ਮੇਰੇ ਮਾਲਕ ਜੀ ਤੁਸੀਂ ਠਾਕੁਰ ਹੋ, ਤੁਸੀਂ ਠਾਕੁਰ ਨੇ ਗੱਲ ਕਬੂਲ ਕੀਤੀ ਹੈ। ਅਸੀਂ ਮੂੰਹ ਜ਼ਬਾਨੀ ਕਹਿੰਦੇ ਆ ਠਾਕੁਰ, ਗੁਰੂ ਪ੍ਰੈਕਟੀਕਲ ਮੰਨਦਾ ਹੈ, ਰੱਬ ਤੂੰ ਮੇਰਾ ਠਾਕੁਰ ਹੈ, ਤੂੰ ਮਾਲਕ ਹੈ, ਤੂੰ ਹੀ ਕਰਤਾ ਧਰਤਾ ਹੈ। ਅਸੀਂ ਮੂੰਹ ਕਹਿ ਦਿੱਤਾ ਤੂੰ ਠਾਕੁਰ, ਪਰ ਅਸੀਂ ਮਾਫ ਕਰਿਓ ਆਮ ਬੰਦਿਆਂ ਅੱਗੇ ਜਾ ਕੇ ਮੰਗ ਰਹੇ ਹੁੰਦੇ ਆ। ਸਾਡੇ ਘਰ ਜੀ ਪੁੱਤ ਨਹੀਂ ਹੁੰਦਾ, ਸਾਡੇ ਕਾਰੋਬਾਰ ਨਹੀਂ ਚੱਲਦੇ, ਬਾਬਾ ਜੀ ਕਿਰਪਾ ਕਰ ਦਿਓ।
ਅਸੀਂ ਕਹਿ ਦਿੱਤਾ ਇੱਥੇ ਠਾकुर, ਮੰਨਿਆ ਨਹੀਂ ਜੀ ਹੈਗਾ। ਜੇ ਮੰਨ ਲੈਂਦੇ ਤਾਂ ਤੂੰ ਹੀ ਠਾकुर ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਾਹਮਣੇ ਖਲੋ ਕੇ ਸਿੱਖ ਕਮਿਟਮੈਂਟ ਕਰ ਰਹੇ ਨੇ, ਤੂੰ ਮੇਰਾ ਠਾकुर ਹੈ, ਤੂੰ ਮੇਰਾ ਕਰਤਾ ਧਰਤਾ, ਮੇਰੇ ਮਾਲਕਾ, ਮੈਂ ਕਿਸੇ ਪਾਸੋਂ ਕਿਉਂ ਮੰਗਾ। ਤੂੰ ਠਾकुर ਤੁਮ ਪੈ ਅਰਦਾਸ, ਤੇ ਅਰਦਾਸ ਕਿਹੜੀ ਕੀਤੀ ਹੈ ਜੀ? ਜੀਉ ਪਿੰਡ ਸਭ ਤੇਰੀ ਰਾਸ। ਮੰਗਣ ਦੀ ਜਗ੍ਹਾ ਜੋ ਮਿਲਿਆ ਉਹ ਵੀ ਤੈਨੂੰ ਦੇਣ ਆਇਆ ਵਾ। ਆਇਆ ਅਰਦਾਸ ਜੀਉ ਪਿੰਡ, ਆ ਜਿਹੜੀ ਅੰਦਰ ਜਿੱਤ ਪਾਈ ਮਾਲਕ ਜੀ, ਆ ਪਿੰਡਾ ਤੁਸੀਂ ਦਿੱਤਾ ਹੈ। ਜੇ ਤੁਸੀਂ ਮੈਨੂੰ ਇਹ ਬਿਨਾਂ ਮੰਗਿਆ ਦੇ ਦਿੱਤਾ ਤੇ ਭਲਾ ਇਹਦੀਆਂ ਲੋੜਾਂ ਰਹਿ ਜਾਣਗੀਆਂ ਪਿੱਛੇ। ਤੁਸੀਂ ਬਿਨਾਂ ਮੰਗਿਆ ਮੈਨੂੰ ਸਾਰਾ ਕੁਝ ਦਿੱਤਾ, ਏਡਾ ਖੂਬਸੂਰਤ ਸਰੀਰ ਬਣਾ ਕੇ ਦਿੱਤਾ ਹੈ, ਹੱਥ ਪੈਰ ਦਿੱਤੇ ਨੇ, ਸੋਚ ਵਿਚਾਰ ਦਿੱਤੀ ਹੈ, ਤੁਸੀਂ ਮੈਨੂੰ ਕਰਮ ਖੇਤਰ ਧਰਤੀ ਦੇ ਦਿੱਤੀ ਹੈ ਕਿ ਹੁਣ ਤੂੰ ਜਿਹੋ ਜਿਹਾ ਬੀਜੇ ਉਹੋ ਜਿਹਾ ਖਾ ਸਕਦਾ। ਜਿਹਾ ਬੀਜੇ ਸੋ ਲੋੜੇ। ਤੈਨੂੰ ਆਜ਼ਾਦੀ ਦਿੱਤੀ ਹੈ ਅਕਾਲ ਪੁਰਖ ਵੱਲੋਂ, ਤੈਨੂੰ ਇਤਨਾ ਕੁਝ ਦੇ ਦਿੱਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਮਾਲਕ ਜੀ, ਜੀਓ ਤੇ ਪਿੰਡ ਤੁਹਾਡਾ ਹੀ ਦਿੱਤਾ ਹੋਇਆ ਹੈ, ਇਹ ਤੁਹਾਡਾ ਦਿੱਤਾ ਹੈ। ਕਿਸੇ ਬੰਦੇ ਦੀ ਅਰਦਾਸ ਨਾਲ ਮਾਫ ਕਰਿਓ, ਸਾਡੇ ਘਰ ਧੀ ਪੁੱਤ ਨਹੀਂ ਜੰਮਦੇ। ਇਹ ਤਾਂ ਸਮਾਜ ਦਾ ਬਿਜ਼ਨਸ ਬਣਿਆ ਹੋਇਆ ਹੈ। 50 ਬੰਦਿਆਂ ਦੇ ਵਿੱਚੋਂ ਜੇ 5 ਦੇ ਘਰ ਕਾਕੇ ਹੋ ਗਏ ਤੇ ਉਹਨਾਂ 5 ਨੇ 500 ਬੰਦਾ ਜੋੜ ਦੇਣਾ ਉਸ ਡੇਰੇ ਦੇ ਨਾਲ। ਪਰ ਇੱਥੇ ਅਸੀਂ ਖਲੋ ਕੇ ਕਹਿੰਦੇ ਆ, ਜੀਓ ਪਿੰਡ ਸਭ ਤੇਰੀ ਰਾਸ। ਸ਼ਬਦਾਂ ਵੱਲ ਗੌਰ ਤਾਂ ਕਰੀਏ। ਇਹ ਜੀ ਪਿੰਡ ਜਿਹੜਾ ਮਾਲਕਾ ਤੂੰ ਸਾਜਿਆ ਹੈ, ਇਹ ਤਾਂ ਤੇਰੀ ਰਾਸ ਹੈ, ਤੇਰੇ ਘਰੋਂ ਬਣੀ ਹੈ। ਤੂੰ ਨਾ ਚਾਹੁੰਦਾ ਤੇ ਭਲਾ ਕਿਸੇ ਦੀ ਪਾਵਰ ਹੈ ਕਿ ਕੋਈ ਬਣਾ ਦੇਵੇ, ਕੋਈ ਤਿਆਰ ਕਰ ਦੇਵੇ। ਜੀਓ ਪਿੰਡ ਸਭ ਤੇਰੀ ਰਾਸ, ਤੇਰੀ ਰਾਸ ਤੈਨੂੰ ਸਮਰਪਣ ਕਰਨ ਆਇਆ ਵਾ। ਤੇ ਅਗਲੇ ਸ਼ਬਦ ਬੜੇ ਪਿਆਰੇ, ਤੁਮ ਮਾਤ ਪਿਤਾ, ਤੁਮ ਮਾਤ ਪਿਤਾ ਹਮ ਬਾਲਕ ਤੇਰੇ। ਹਮ ਅਸੀਂ ਸਾਰੇ ਤੇ ਤੁਹਾਡੇ ਬੱਚੇ ਆ, ਤੁਸੀਂ ਬਣਾਇਆ ਮਾਲਕ ਜੀ ਸਾਨੂੰ। हे ठाकुर जी, ਤੁਸੀਂ ਸਾਡੇ ਪਿਤਾ, ਤੁਸੀਂ ਸਾਡੀ ਮਾਂ ਹੋ। ਇੱਕ ਮੈਂ ਬੇਨਤੀ ਕਰਾਂ, ਬੁਰਾ ਨਾ ਮੰਨਿਓ, ਇਹ ਸ਼ਬਦ ਦੀ ਵਿਚਾਰ ਦੀ ਗਹਿਰਾਈ ਉਤਰੀਏ ਜਰਾ। ਅਸੀਂ ਪਰਿਵਾਰਾਂ ਵਾਲੇ ਬੈਠੇ ਆ, ਹਰ ਮਾਂ ਹਰ ਪਿਤਾ ਆਪਣੇ ਜੀਵਨ 'ਚ ਮਸ਼ੱਕਤ ਕਰਦੇ ਨੇ, ਮਿਹਨਤ ਕਰਦੇ ਨੇ ਬੱਚਿਆਂ ਵਾਸਤੇ, ਬੱਚਿਆਂ ਦੀਆਂ ਲੋੜਾਂ ਵਾਸਤੇ। ਉਹਨੇ ਜੋ ਕੁਝ ਬਣਾਇਆ, ਜੋ ਤਿਆਰ ਕੀਤਾ, ਜੋ ਇਕੱਠਾ ਕੀਤਾ ਹੈ ਬੱਚਿਆਂ ਵਾਸਤੇ। ਬਾਪੂ ਅਮੀਰ ਹੋਵੇ, ਮਿਹਨਤ ਮਸ਼ੱਕਤ ਕਰਕੇ ਉਹਨੇ ਸਰਮਾਇਆ ਇਕੱਠਾ ਕੀਤਾ ਹੋਵੇ, ਤੇ ਬੱਚਾ ਗੋਡੀਆਂ ਕੋਲ ਗਲੀਆਂ ਵਿੱਚ ਜਾ ਕੇ ਮੰਗਦਾ ਫਿਰੇ, ਮੈਨੂੰ ਕੋਈ ਕਿਤਾਬ ਲੈ ਦਿਓ, ਮੈਨੂੰ ਕੋਈ ਕਾਪੀ ਪੈਨਸਲ ਲੈ ਦਿਓ, ਮੈਨੂੰ ਬਸਤਾ ਲੈ ਦਿਓ, ਮੈਨੂੰ ਖਿਡੌਣੇ ਚਾਹੀਦੇ ਨੇ। ਗੋਡੀਆਂ ਕੋਲ ਜਾ ਕੇ ਮੰਗਦਾ ਫਿਰੇ, ਤੇ ਜੇ ਮਿਲ ਵੀ ਜਾਏ ਬੂਹੇ ਤੇ ਆਏਗਾ। ਤੇ ਜਿਸ ਪਿਤਾ ਨੇ ਦਿਨ ਰਾਤ ਮਸ਼ੱਕਤ ਕੀਤੀ ਹੈ, ਮਿਹਨਤ ਕੀਤੀ, ਸਰਮਾਏਦਾਰ ਬਾਪੂ ਹੋਵੇ, ਅਮੀਰ ਬਾਪੂ ਹੋਵੇ, ਬੱਚੇ ਦੀ ਤਲੀ ਤੇ ਚੀਜ਼ਾਂ ਦੇਖ ਕੇ ਉਹਨੂੰ ਪੁੱਛੇਗਾ, ਬੇਟਾ ਕਿੱਥੋਂ ਲੈ ਕੇ ਆਇਆ, ਆ ਕਿੱਥੋਂ ਲਈ ਆਉਣਾ? ਤੇ ਬੱਚਾ ਕਹੇਗਾ, ਪਾਪਾ ਮੈਂ ਮੰਗ ਕੇ ਲਿਆਇਆ ਵਾਂ, ਮੈਂ ਥਾਂ ਤੋਂ ਮੰਗ ਕੇ ਲਿਆਇਆ ਵਾਂ ਆਪਣੀਆਂ ਲੋੜਾਂ। ਮਹਿਸੂਸ ਕਰੋ ਤੁਸੀਂ ਆਪ ਉਸ ਬਾਪੂ ਤੇ ਕੀ ਬੀਤੇਗੀ, ਕੀ ਬੀਤੀ ਹੋਣੀ ਉਸ ਪਿਤਾ ਦੇ ਉੱਤੇ। ਭਲਿਆ ਆਪਣਾ ਜੀਵਨ ਤੇਰੇ ਉੱਤੋਂ ਲਾ ਦਿੱਤਾ, ਮੈਂ ਤੈਨੂੰ ਸਵਾਰਨ ਵਾਸਤੇ ਤੇਰੇ ਪਿੱਛੇ ਜੀਵਨ ਲੈ ਕੇ ਲਾ ਦਿੱਤਾ, ਇਤਨਾ ਕੁਝ ਇਕੱਠਾ ਕੀਤਾ ਤੇਰੇ ਲਈ ਕੀਤਾ। ਤੂੰ ਹੁਣ ਵੀ ਆਂਢ ਗੁਆਂਢ ਪਿੱਛੋਂ ਮੰਗਦਾ ਫਿਰੇ, ਉਹਨਾਂ ਤੋਂ ਆਸਰੇ ਭਾਲਦਾ ਫਿਰੇ। ਪੜੋ ਕਿ ਭਗਤ ਕਬੀਰ ਦਾ ਪਾਵਨ ਸ਼ਬਦ, ਰੇ ਜੀ ਨਿਲਜ। ਨਿਲਜ ਦਾ ਅਰਥ ਹੈ ਬੇਸ਼ਰਮ। ਹੇ ਬੇਸ਼ਰਮ ਜੀ, ਆ ਜੀ ਤੇ ਪਿੰਡ ਕਿੰਨੇ ਦਿੱਤਾ ਸੀ ਤੇ ਕਿਹੜੇ ਰਾਹ ਪੈ ਗਏ? ਰੇ ਜੀ ਨਿਲਜ ਲਾਜ ਤੋ ਹੈ ਨਹੀਂ, ਤੈਨੂੰ ਕੋਈ ਲਾਜ ਨਹੀਂ। ਤੂੰ ਘੱਟੋ ਘੱਟ ਬਾਪੂ ਦੀ ਪੱਗ ਵਾਲੀ ਦੇਖ ਲੈਂਦਾ, ਆਪਣੇ ਪਿਤਾ ਵਾਲੀ ਦੇਖ ਲੈਂਦਾ। ਰੇ ਜੀ ਨਿਲਜ ਲਾਜ ਤੋ ਹੈ ਨਹੀਂ, ਹਰ ਤਜ। ਰੱਬ ਨੂੰ ਛੱਡ ਕੇ ਜਿਹਨੂੰ ਇੱਥੇ ਖਲੋ ਕੇ ਕਿਹਾ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ। ਹਰ ਤਜ ਕਦ ਕਾਹੂ ਕੇ ਜਾਨੀ, ਕਿਉਂ ਕਿੱਥੇ ਕਿੱਥੇ ਜਾ ਕੇ ਮੰਗਦਾ। ਜਾ ਕੋ ਠਾਕੁਰ ਉੱਚਾ ਹੋਈ, ਜਿਹਦਾ ਮਾਲਕ, ਜਿਹਦਾ ਮਾਂ ਪੇ ਇਤਨਾ ਅਮੀਰ ਹੋਵੇ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਈ। ਉਹ ਪਰਾਏ ਕਰ ਜਾਂਦਾ ਨਹੀਂ ਸੋਭਦਾ,
चेत्या क्यों आटदा नहीं चंगा लगता। भलिया तेनू कारोबार देने वाला कौन है? कितनी हैरानगी होती है अज सिख समाज नूं वेख के। एक ऐसा जीवन साडा बन चुका है, किहड़े राह असीं पै गए हैं। देण वाला बापू उत्थे बैठ, असीं इत्थे आके कारोबार दी अरदासां कीतियां, इत्थे पाठ कराए, इत्थों आके असीं अपने पातशाह अगे बेनती मिन्नतां कीतियां, ते जदों मिल गईयां ते साल बाद विश्वकर्मा दी शुकराना करना शुरू करता। विश्वकर्मा जी तुहाडा धन्नवाद, साडा काम चला रहे हो, सानूं काम दिता है। इत्थे भगत कबीर कहते ने लाज कर अपने बापू दी बेशरमना, मंगदा किथों है ते शुकराने किन्ना दे जाके करदा है। सो जन पर घर जात ना सोई, अपना मीत स्वामी गाइए, आस न अवर काहू की जय, सुख दाता प्रभु ध्याइए, तिसे त्याग मानुख जैसे हो, ताराज लोग होए जाइए, बंदियां दे आसरे ना रह। आ अपराध जीवन विच ना कमरा भरा लिया, बड़ा वड्डा अपराध है। गोविंद हम ऐसे अपराधी, जिन प्रभु जियो पिंड था दिया, तिसकी भावो भगत नहीं साधी। उदा शुक्र कर, ਉਹਦਾ ਸ਼ੁਕਰ ਕਰ ਭਲਿਆ ਜਿਹੜਾ ਤੈਨੂੰ ਦੇਣ ਵਾਲਾ ਹੈ, ਜਿਨੇ ਜੀਓ ਦਿੱਤਾ, ਪਿੰਡ ਦਿੱਤਾ, ਪਰ ਤੂੰ ਇਸ ਜੀਵਨ ਨੂੰ ਕਮਾਇਆ ਨਹੀਂ, ਨੇਕ ਨਹੀਂ ਬਣਾਇਆ, ਜੀਵਨ ਨੂੰ ਸਾਧਿਆ ਹੀ ਨਹੀਂ ਹੈ। ਤੂੰ ਦੇ ਕੇ ਸਮਰਪਿਤ ਕਰਦਾ, ਇਹ ਜਿਹਦਾ ਦਿੱਤਾ ਹੈ ਉਹਦੇ ਕੇ ਸਮਰਪਿਤ ਕਰ ਦਿੰਦਾ। ਜਿਸ ਕੀ ਵਸਤੂ ਤਿਸ ਆਗੇ ਰੱਖੈ, ਪ੍ਰਭ ਕੀ ਆਗਿਆ ਮਾਨੇ ਮਾਥੈ, पराई अमानत क्यों रखी है, दिती ही सुख होए। एक जिदा सी उन्होंने सौ, तेरा तुझको सौंपते, क्या लागे मेरा, मेरा मेरा विच की है जी, साडा भजागा अपना सारा कुछ उस करते धरते ने कीता है। फिर असीं क्यों बंदियां दे जाके शुकराने कर रहे हैं, बंदियां कोलों क्यों मंग रहे हैं, जोशियां के अपनी क्यों भविखबाणी लभ रहे हो। सानू दसन साडा जीवन किद्दां सवरेगा, किद्दां सुख होणगे। इस धरती ते ठग बनाउण वाले कौन ने समाज दे विच? माफ करियो, उन्हां च बहुतात धर्मी होण वालियां दा हिस्सा है। अजिहा धर्म गुरु ने दिता, अजिहा धर्म सानू पालण दी दिता जिहड़ा समाज विच ठग बिरती वाले पैदा कर देवे। इत्थे गली गली विच ठग बिरती वाले पूरे फिरन, सानू वरगड़ाउंदे फिरन। साडे कोल इतना वड्डा बापू है, खजाने का मालक है। एहसास करिए कि साडे कोल किसी चीज की कमी घाट नहीं है। असीं तां बादशाह दे पुत्त हो के मंगदियां वांग थां थां तो जाके मंग रहे हैं। ते मेरियां भैणां मातावां सुखमनी साहिब दी बाणी चों पढ़दियां ने, मानुख की टेक, एक बार सारे पढ़े, मानुख की टेक बेटी सब जान, देवन को एक है भगवान अवसाल। पढ़िया पढ़िया सी पाठ, ये वसाल ही है अपने जीवन दे विच। ये अपराध जीवन च साडे कोलों किते ना हो जाए, आ गुनाह ना साडे जीवन दे विच किते आ जाए। असीं तां अपराध दा कई वारी ना मायना भी नहीं कर पाउंदे, अपने जीवन नूं गवा दिंदे, जीवन दा मौका नहीं मिलदा, साथ नहीं पाउंदे। कई वारी बंदा उਡੀਕਦਾ रहंदा, जी कोई गल नहीं, समा बड़ा पिया होया, आ जाएंगे इस पासे। केड़ा जीवन समा लंघ चला है, कमालांगे गुण भी छकलांगे असीं अमृत भी, केड़ा लंघ चला है। अज भी मैं बच्चों की क्लास च बेनती की सी कि पढ़ियो, साडे जीवन दे विच गुरु ग्रंथ साहिब जी नूं मनना ते खंडे बाते की पहल, ये ऑप्शन नहीं है, कंपलसरी है। ये दो हुक्म सिख नूं कंपलसरी ने, ये हुक्म ने सिख दे उत्ते। आपां रोज बाणी अरदास दे बाद पढ़दे आ, आज्ञा भई अकाल की तबे चलायो पंथ, सब सिखन को हुक्म है। ये चॉइस है, ये हुक्म है, ते हुक्म मनण वाला ही सिख होता है। सो सिख सखा बंदप है भाई, जो गुर के भाणे विच आवे। गुरु दे हुक्म दे विच आवे, हुण गुरु दा हुक्म नहीं ते अगले बन्ने पातशाह कहंदे जे नहीं ना मन्निया, अपने भाणे जो चले भाई, विछड़ किदे तो विछड़ के, विछड़ चोटा खावे, भूले मार्ग जिन
ने बताया ऐसा गुर। मान करने वाला सी सिख दा फर्ज, भागा वालिया सिखा मान कर अपने ते प्राउड कर तेन इहो जिहा गुरु लभ पे। वो दुनिया भटकती फिरती है, धक्के खाती फिरती है, दर दर जाके ठोकरां दर दर मंग रही है, मंगते बड़े पे ने समाज के। वो भलिया तेनू ते गुरु ने सिखाता सी जगत भिखारी फिरता सबको दाता राम, सारे नूं देण वाला रब है, करता है। तू फिर बंदियां दे आसरे कित्थे तुर पिया है? क्यों मनुखा तो जाके आसरे भालदा है, वस्ता मंगदा है? यह अपराध है, यह साडा गुनाह है। मैं बेनती कर रहा सा, यह कंपलसरी है। गुरु ग्रंथ साहिब पातशाह को मनना कंपलसरी है। केवल गुरु ग्रंथ साहिब के अगे सजदा करना सिख नूं हुक्म है गुरु दा, ते खंडे बाटे दी पहल यह ऑप्शन नहीं जे हैगी। ਅਸੀਂ ਭੁਲੇਖੇ 'ਚ ਪੈ ਗਏ, ਅਸੀਂ ਕਹਿੰਦੇ ਕੋਈ ਨਹੀਂ ਗੱਲ ਲੈ ਲਵਾਂਗੇ। ਬੜਾ ਸਮਾਂ ਪਿਆ ਹੋਇਆ, ਬੜਾ ਸਮਾਂ ਪਿਆ, ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਮਾ ਕੀ ਰਹੇ ਹਾਂ, ਖੱਟ ਕੀ ਰਹੇ ਹਾਂ। ਮਾਫ ਕਰਿਓ, ਗੁਰੂ ਨੇ ਅੰਮ੍ਰਿਤ ਜਿਹੜਾ ਹੈ ਖੰਡੇ ਬਾਟੇ ਦੀ ਪੌਲ ਉਹ ਜੀਵਨ ਸੇਵ ਕਰਨ ਲਈ ਬਣਾਇਆ, ਬੋਝ ਨਹੀਂ ਬਣਾਇਆ। ਇਹ ਵੱਖਰੀ ਗੱਲ ਹੈ, ਬਾਬੇ ਨੇ ਬੋਝ ਪਾ ਦਿੱਤੇ ਸਾਡੇ ਉੱਤੇ, ਉਹਨਾਂ ਨੇ ਬਹੁਤ ਬੋਝ ਪਾ ਦਿੱਤੇ, ਉਹਨਾਂ ਨੇ ਹਰ ਚੀਜ਼ ਦੀ ਲਿਮਟ ਬੰਨ ਦਿੱਤੀ। ਜਦੋਂ ਉਹ ਕਰਨਾ ਹੈ, ਜਦੋਂ ਇੰਨੇ ਵਜੇ ਉੱਠਣਾ ਹੈ, ਏਦਾਂ ਕਰਨਾ ਹੈ। ਸਮੇਂ ਦੀਆਂ ਬੰਦਸ਼ਾਂ ਦੇ ਵਿੱਚ ਜਾਂ ਉਹਨਾਂ ਨੇ ਬੋਝ ਬਣਾ ਕੇ ਇਹਨੂੰ ਪੇਸ਼ ਕੀਤਾ। ਸਾਡਾ ਨੌਜਵਾਨ, ਸਾਡਾ ਬੱਚਾ ਹੀ ਭੱਜ ਗਿਆ, ਕਹਿੰਦਾ ਮੇਰੇ ਕੋਲ ਨਹੀਂ ਸਾਂਭਿਆ ਜਾਣਾ। ਖੰਡੇ ਬਾਟੇ ਦੀ ਪਹੁੰਚ ਜੀਵਨ ਨੂੰ ਹਲਕਾ ਕਰਨ ਵਾਸਤੇ ਹੈ, ਬੋਝ ਥੱਲੇ ਦੱਬਣ ਲਈ ਨਹੀਂ ਹੈਗੀ। ਇਹ ਹੌਲਾ ਕਰਦੀ ਹੈ, ਹਰਵੇ ਤਿਲ ਗਏ ਡੂਬੇ ਜਿਨ ਸਿਰ ਭਾਰ। ਇਹ ਭਾਰ ਆਪਣਾ ਦਾ ਲਾਉਣ ਵਾਸਤੇ ਅਸੀਂ ਭਾਰ ਸਮਝ ਬੈਠੇ ਇਹਨੂੰ। ਇਸ ਕਰਕੇ ਅਸੀਂ ਨੂੰ ਪੈਂਡਿੰਗ 'ਚ ਪਾਉਂਦੇ ਆ, ਕੋਈ ਨਹੀਂ ਜੀ ਗਾਹ ਦੇਖ ਲਵਾਂਗੇ, ਕਿਉਂਕਿ ਭਾਰ ਰੱਖ ਦਿੱਤਾ। ਭਗਤ ਕਬੀਰ ਦਾ ਪਾਵਨ ਸ਼ਲੋਕ ਪੜੋ, ਜਿੱਥੇ ਭਗਤ ਕਬੀਰ ਜੀ ਨੇ ਇਹ ਵੀ ਭੁਲੇਖਾ ਕੱਢਿਆ ਕਿ ਭਲਿਆ ਸਮਾਂ ਨਾ ਟਪਾ, ਸਮਾਂ ਨਾ ਟਪਾ, ਪਤਾ ਕੋਈ ਨਹੀਂ ਹੈਗਾ। ਕਬੀਰ ਟਾਲੇ ਟੋਲੇ ਦਿਨ ਗਿਆ, ਟਾਲ ਟੋਲਿਆਂ ਕਰਦਿਆਂ ਅਪਰਾਧ ਵਾਲਾ ਜੀਵਨ ਬਣ ਚੁੱਕਾ ਹੈ, ਤੇ ਅਸੀਂ ਟਾਲ ਟੋਲੇ ਕੀਤੇ, ਅਸੀਂ ਪੈਂਡਿੰਗ 'ਚ ਪਾਤਾ। ਅਸੀਂ ਕਿਹਾ ਗਾਂ ਜਾ ਕੇ ਕਰਾਂਗੇ। ਟਾਲੇ ਟੋਲੇ ਦਿਨ ਗਿਆ, ब्याज बडम तो जाए, ना हर भजियो, ना से रब वाले घर तुरे, ना गुरु वाले पासे तुरे, ना हर भजियो, ना खत फटियो, ना साडे काम मुकण दे। वो लिस्ट ही नहीं पाटन दे, यार काम हो जाए, वो वाला पूरा हो जाए। ना हर भजियो, ना खत फटियो, काल पहुंचियो आए, समय मुक गया। अपराध करदे समय सारा जिंदगी का मुक गया। बंदे की जिंदगी जीवन थोड़ा सजा बन के रह गई। ये मानो जेल ही भुगतता रह गया, सजा करता ही रह गया। मनुष्य सजा अपने आप को अपना ते विकारां दे झेल दे विच समुचा जीवन लैके ये भुलेखा पै गया कि शायद मैं सौखा हाँ, सुखी हाँ। हुण भगत कबीर ने आरंभता की कि अपराध दे जीवन के विच जिहड़े अपराध कीते ने उहदी लिस्ट तैयार की है। किहो जिहा अपराध मेरे कोल होया, मैं किहो जिहा अपराधी बणिया। कावन काज सिरजे जग पीता, अकाल पुरख जी असीं इस धरती ते किहड़े काम आए सा सानू पता ही ना लगा, किहड़े काम आए सा सानू ध्यान ही ना रहे। जोबन बाणी देखो कितनी क्लियर करती है, जरा जोबन जीवन गया, किच किया ना नीका, नीका का अर्थ है चंगा। जीवन च कुछ भी चंगा नहीं किया, कुछ चंगा काम नहीं किया, कोई परोपकार नहीं किया, कोई भला वाला काम नहीं किया। मैं तो लोगों को खो के लिया अज तक, मैं तो अपना परिवार चलाने वास्ते लगा रहा, अपने न्याणियां दे मुंह में इतना फस गया, मैं दूजे दे न्याणियां दे मुंह चो खो के लिया। मैनू अपनी पत्नी दी लोड़ां तां दिखियां, अपनी पत्नी दी लोड़ां पूरियां करने वास्ते दुनिया दी पत्नियां का सुहाग उजाड़ आया है। ते फिर इस धरती ते एक सज्जन ठग थोड़ा होया है, एक थोड़ा होया इत्थे ते एक पुटे है, पर ये गुरबाणी के शीशे के सामने आया पता लगता है अपने आपे का। कवन काज सिरजे जग भीतर, किहड़े काम आया जी इस धरती ते, किहड़ा फल पाया। कवन काज सिरजे जग भीतर, जन्म कवन फल पाया, की फल प्राप्त किया। भाव नित तरन तारण चिंता मन,
उस मालक का चिंतन नहीं किया, उसका मंथन नहीं किया। जिहड़ा बनाउण वाला करता धरता सी वो याद विच भी ना आया, चित चेते विचों ही भुल गया। तरन तारण चिंता मन एक निमुख न ए मन लाया, गोबिंद हम ऐसे अपराधी। हे मालक जी असीं इहो ਜਿਹੇ अपराधी हां। अगले पद में जाके भगत कबीर ने अपने अपराध की लिस्ट रखी है। पार धन पराया धन, पराया का धन जिहड़ा पराया ने मेहनत किरत करके इकट्ठा किया, मन में बिरती आ गई मेरा किदां बने। बंदा कई बार उतों तो धर्म के लिबास भी पालेगा, उतों धर्म दी बातें करेगा, धर्म वाले पासे नजर आएगा, पर कई बार बंदा सोचता जो दूजिया की मेहनत का इकट्ठा किया ना ये मेरा किदां हो, मेरा किदां बने। सुल्तानपुर में ना गुरु नानक सच्चे पातशाह एक काजी नूं, काजी साहब को सवाल करते हैं। सतगुरु जी ने उन्होंने सवाल किया, कहते काजी तू घरों तैयार होके चिट्टे कपड़े पा के नमाज पढ़ने वास्ते गया सा, नमाज पढ़न गए सी उधर? कहते बिल्कुल। कहते पढ़ी नहीं, वापस क्यों आ गए हो? तो काजी कहता जी साडे शरअ के मुताबिक एकदम साफ कपड़े होने चाहिए ने, मस्जिद विच एंटर होने लगे अंदर बैठ के चिट्टे साफ कपड़ियां के नाल बेदाग कपड़ियां नाल पढ़ी हुई नमाज ही अकाल पुरख प्रवान करता है। खुदा प्रवान नमाज करेगा जिहदे कपड़ियां ते कोई दाग ना होवे, साफ कपड़े होने चाहिए। ते मैं घर वापस परताया, राह दे विच चिकड़ दी बूंद मेरे तन ते पै गई, मेरे कपड़े मलीन होए ने ते मैं कपड़े बदलन आया। उस खुदा ने पढ़ी हुई नमाज मेरी परवाह नहीं की, मेरे दाग लग गए, मेरे कपड़ियां ते दाग लग गए। गुरु नानक सच्चे पातशाह ने आख्या काजी साहब ख्याल तो बड़ा चंगा है कि रब दागियां दी नमाज परवाह नहीं करता, पर भलिया कि वो कपड़ियां ते लगे दाग नूं ही देखदा। जिहड़ा पराया तो लुट लुट के काजी साहब जी असीं इकट्ठा करते हैं, अपने घर लैके आउंदे आ, झूठ बोल बोल के इकट्ठा करते हैं। बाणी च गुरु साहब ने कहता ना काजी होए के बहे में आए फेरे तस्बीह, माड़ा भी फेरदा करे खुदाए, खुदा खुदा दे रटन भी करता है, पर वड्डी लैके हक गवाए, रिश्वत लैण तो बाज नहीं आउंदा। ते दूजे बंदे कहता जी मेरे कपड़ियां दे लगे दाग, खुदा ने पढ़ी नमाज परवाह नहीं करनी। ते पातशाह ने कह दिता जेब लगे कपड़े जामा होए पलीत, जोरत पीवे मानसा। मानसा दा रत, रत दा अर्थ की है जी? खून। हुण बंदियां दा खून ते नहीं कोई गलासी पा पा के पींदा। जो बंदियां दी मेहनत मशक्कत किरत दी घाड़ कमाई जिहड़ी उन्हें सारा दिन कमाई सी, वो खा के उहदे निआणिਆਂ ने खून बनाउणा सी, उहदी मेहनत 10 साल दी मेहनत दा खून बनना सी, पर सारी बंदे ने हड़प लई। झूठ बोल बोल के, ठगियां मार मार के, बेईमानियां दे नाल दूजे दा मेरा किदां हो जाए। जेब लगे कपड़े जामा होए पलीत, जोत पीवे मानसा। तेन क्यों निर्मल चीत, उस चित दे नाल तू नमाज पढ़नी है जेड़ा निर्मल ही ना रहन दिता। इतना दागी, इतना मलीन मन मैले तो सब कुछ मैला, तन धोते मन अच्छा ना होए। तू जिन्हें मर्जी जाके तीर्थां ते चुपियां मार ला, जिन्हें मर्जी जाके स्नान करता है, जितनी मर्जी यात्रा कर ले। काजी साहब रिश्वत लैनियां बंद कर दो, बस आई अकाल पुरख की सिफत बन जाएगी। अपनी किरत कमाई मशक्कत ईमानदारी का जीवन बतीत करो, यही नमाज पढ़ जाए। मेहर मसीत सिदक मुसल्ला हक हलाल कुरान, ताड़ा हक हलाल ही कुरान नू मनना है। हक हलाल कुरान, शर्म सुन्नत सील रोजा हो मुसलमान। इदा का मुसलमान बन सकता है? उतों तो काजी कमाता है। गुरु तेग बहादुर सच्चे पातशाह जी को फतवा लाने वाला जो काजी सी ना उस वेले का, जिन्हें फतवा लाया कि इन्होंने तुहाडे नालों सीस जुदा कर दवो, 15 दिन बाद वो आप पापा के बोझ थले संसार तो कूच कर गया। जदों का घर खोलिया उस वेले का 33 लाख रुपया सोना चांदी जेवरात उहदे घरों निकले, एक काजी दे घरों। जिहड़ा काजी कहता जी मैं तो न्याय प्रस्त हाँ, मैं न्याय चाहता वा, रिश्वत लै के उन्हें फतवे होर बना दिते। तो एक मैं बेनती करा, साडे भी काजी नहीं पिछे रहे।
ਜੇ ਉਸ ਵੇਲੇ ਦੇ ਕਾਜ਼ੀਆਂ ਨੇ ਰਿਸ਼ਵਤਾਂ ਲੈ ਲੈ ਕੇ ਨਿਆਂ ਕੀਤਾ, ਫਤਵੇ ਠੀਕ ਨਹੀਂ ਲਾਏ, ਨਿਆਂ ਨਹੀਂ ਕੀਤਾ ਸਮਾਜ ਦੇ ਨਾਲ, ਅੱਜ ਤੱਕ ਦਾਗੀ ਨੇ, ਉਸ ਵੇਲੇ ਵੀ ਦਾਗੀ ਸਨ, ਅੱਜ 20 ਤਾਰੀਖ ਉਹਨਾਂ ਨੂੰ ਬਖਸ਼ਦੀ ਨਹੀਂ ਹੈ। ਸਤਿਗੁਰੂ ਇੱਕ ਬੰਦੇ ਸ਼ਹਾਦਤ ਦਾ ਜਾਮ ਪੀ ਗਏ, ਆਪਣਾ ਜੀਵਨ ਕੁਰਬਾਨ ਕਰ ਗਏ, ਪਰ ਉਹ ਨਿਰਮਲ ਜੀਵਨ ਦੁਨੀਆ ਦੇ ਉੱਤੇ ਚਾਦਰ ਦਾ ਕੰਮ ਕਰ ਗਿਆ। ਪਰ ਕਾਜ਼ੀ ਖਵਾਉਣ ਵਾਲਾ, ਨਿਆਂ ਪ੍ਰਸਤ ਖਵਾਉਣ ਵਾਲਾ, ਵੱਡੀਆਂ ਵਾਲਾ ਬੈਠਾ ਸੀ, ਵੱਡੀਆਂ ਲੈ ਲੈ ਕੇ ਉਹ ਫਤਵੇ ਸਰਕਾਰਾਂ ਦੇ ਪੜਦਾ ਰਿਹਾ। ਸਰਕਾਰ ਦੇ ਫਤਵੇ ਪੜਨੇ ਕਾਜ਼ੀ ਨੇ। ਕਾਜ਼ੀ ਵਰਤੇ ਇਸੇ ਕਰਕੇ ਜਾਂਦੇ ਸਨ। ਸਾਹਿਬਜ਼ਾਦੇ ਦੇ ਵੇਲੇ ਕੀ ਉਸ ਵੇਲੇ ਜਿਹੜਾ ਬੈਠਿਆ ਸਰਕਾਰ ਦਾ ਨੁਮਾਇੰਦਾ ਹੈ ਉਹ ਨਹੀਂ ਸੀ ਫਤਵਾ ਲਾ ਸਕਦਾ? ਕਾਜ਼ੀ ਨੂੰ ਕਿਉਂ ਸੱਦਿਆ ਜਾਂਦਾ ਸੀ? ਸਮਾਜ, ਕਿਉਂਕਿ ਕਾਜ਼ੀ ਦੇ ਅੱਗੇ ਬੋਲਣਾ ਨਹੀਂ ਕਿਸੇ ਨੇ। ਕਾਜ਼ੀ ਸਾਹਿਬ ਦਾ ਫਤਵਾ ਹੈ ਜੀ, ਮੰਨਣਾ ਪੈਣਾ ਹੈ। ਇਹ ਸਾਡੀ ਸਰਾਹ ਦੀ ਸਿਰ, ਇਹਦੇ ਅੱਗੇ ਨਵਾ ਦਵੋ, ਕਿਸੇ ਨੇ ਆਵਾਜ਼ ਤੱਕ ਨਹੀਂ ਚੁੱਕਣੀ। ਇਹ ਕਾਜ਼ੀ ਵਰਤੇ ਜਾਂਦੇ ਸਨ ਤੇ ਅੱਜ ਵੀ ਵਰਤੇ ਜਾਂਦੇ ਜੇ। ਫਤਵੇ ਸਰਕਾਰਾਂ ਦੇ ਹੀ ਹੁੰਦੇ ਨੇ, ਫਤਵੇ ਸਰਕਾਰਾਂ ਦੇ ਹੁੰਦੇ ਨੇ, ਪੜਾਏ ਕਾਜ਼ੀਆਂ ਦੇ ਮੂੰਹੋਂ ਹੀ ਜਾਂਦੇ ਨੇ, ਆਗੂਆਂ ਦੇ ਮੂੰਹ ਪੜਾਏ ਜਾਂਦੇ ਨੇ, ਤਾਂ ਕਿ ਇਹਨਾਂ ਨੇ ਸਿਰ ਨਵਾ ਦੇਣਾ। ਇਹਨਾਂ ਨੇ ਕਿਹੜਾ ਆਵਾਜ਼ ਚੁੱਕਣੀ ਹੈ? ਇਹਨਾਂ ਨੇ ਕਿਹੜਾ ਪੁੱਛਣਾ ਜੀ ਇਹ ਵੱਡੀ ਲੈ ਕੇ ਹੱਥ ਗਵਾਏ ਵਾਲਾ ਕਾਸਤ ਨਹੀਂ ਕੀਤਾ? ਅਸੀਂ ਪਰਾਏ ਧਨ ਨੂੰ ਕਿੱਦਾਂ ਇਕੱਠਾ ਕਰਨਾ ਹੈ, ਇਹ ਸਾਡਾ ਅਪਰਾਧ ਦਾ ਪਹਿਲਾ ਕਦਮ ਹੈ। ਪਾਰਤੀ ਨਿੰਦਿਆ ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਪੁਨ ਪੁਨ। ਸਾਡੇ ਜੀਵਨ ਚ ਆਵਾਗਮਨ ਬਾਰ-ਬਾਰ ਬਣ ਗਿਆ, ਕਦਮ ਕਦਮ ਤੇ ਪਰਾਇਆ ਧਨ। ਅਸੀਂ ਸੱਚ ਦੇ ਖਿਲਾਫ ਨਹੀਂ, ਨਿੰਦਾ ਦਾ ਅਰਥ ਹੈ ਸੱਚ ਦੇ ਖਿਲਾਫ ਹੋਣਾ। ਨਿੰਦਾ ਦਾ ਅਰਥ ਭਾਜ ਉਘੇੜਨਾ ਨਹੀਂ ਹੁੰਦਾ ਕਿ ਕੋਈ ਸੱਚ ਦੱਸੇ ਤੇ ਅਸੀਂ ਕਹਿੰਦੇ ਇਹ ਨਿੰਦਾ ਕਰ ਰਿਹਾ ਜੀ, ਇਹ ਨਿੰਦਾ ਕਰ ਰਹੇ ਨੇ ਜੀ। ਆਸਾਰਾਮ ਬਾਰੇ ਜਦੋਂ ਕੁਝ ਸਾਲ ਪਹਿਲਾਂ ਦੱਸਿਆ ਗਿਆ ਸੀ ਸਮਾਜ ਵਿੱਚ ਕੁਝ ਰਾਈਟਰਾਂ ਵੱਲੋਂ, ਲੇਖਕਾਂ ਵੱਲੋਂ, ਰਿਪੋਰਟਰਾਂ ਵੱਲੋਂ ਕਿ ਭਲਿਓ ਇਹ ਸਮਾਜ ਬਹੁਤਾਤ ਅਪਰਾਧੀ ਬੈਠੇ ਤੇ ਜਿਨ੍ਹਾਂ ਨੂੰ ਸੰਤ ਕਹੀ ਜਾਂਦੇ ਹੋ, ਉਦੋਂ ਕਿਸੇ ਨੇ ਨਹੀਂ ਮੰਨਿਆ। ਉਹਨਾਂ ਨੂੰ ਨਿੰਦਾ ਕਹਿ ਕੇ ਕਮੈਂਟ ਛੱਡੇ ਗਏ। ਪਰ ਅੱਜ ਉਹੀ ਲੋਕ ਕਚਹਿਰੀਆਂ ਵਿੱਚ ਆਪਣੀਆਂ ਧੀਆਂ ਭੈਣਾਂ ਬੱਚੀਆਂ ਨੂੰ ਜਾ ਕੇ ਕਹਿੰਦੇ ਨੇ ਬੋਲੋ ਇਹਨਾਂ ਬਾਰੇ, ਦੱਸੋ ਇਹਨਾਂ ਦੇ ਪਾਠ ਘੇੜੀਏ ਸਮਾਜ ਦੇ ਵਿੱਚ। ਅੱਜ ਦੱਸੋ ਕਿ ਉਹ ਸੱਚ ਨਾ ਹੋਇਆ? ਨਿੰਦਾ ਦਾ ਅਰਥ ਹੈ ਸੱਚ ਦੀ ਖਿਲਾਫੀਅਤ ਦੀ ਆਵਾਜ਼ ਚੁੱਕ ਲੈਣੀ, ਸੱਚ ਨੂੰ ਮੰਨਣਾ ਨਹੀਂ, ਸੱਚ ਦੇ ਅੱਗੇ ਡਾਢ ਲੈ ਕੇ ਖੜਾ ਹੋ ਜਾਣਾ। ਪਰ ਤਨ ਪਰਤੀ ਨਿੰਦਿਆ ਪਰ ਅਪਵਾਦ ਨ ਛੂਟੈ, ਆਵਾਗਮਨ ਹੋਤ ਹੈ ਪੁਨ ਪੁਨ। ਇਹ ਪਰ ਸੰਗ ਨ ਟੂਟੈ, ਹਮ ਐਸੇ ਅਪਰਾਧੀ। ਆ ਸਾਡਾ ਅਪਰਾਧ ਹੈ। ਤੇ ਅਗਲੇ ਬੰਦ ਵਿੱਚ ਬਾਬਾ ਕਬੀਰ ਜੀ ਕਹਿੰਦੇ ਨੇ, ਜੈ ਕਰ ਕਥਾ ਹੋਤ ਹਰ ਸੰਤਨ। ਜਿੱਥੇ ਰੱਬ ਦੀ ਗੱਲ ਕੀਤੀ ਜਾ ਰਹੀ ਹੋਵੇ ਨਾ, ਉੱਥੇ ਸਾਡਾ ਮਨ ਨਹੀਂ ਟਿਕਦਾ, ਉੱਥੇ ਸਾਡਾ ਮਨ ਨਹੀਂ ਲੱਗੇਗਾ। ਇਹ ਅਪਰਾਧੀ ਦੀ, ਗੁਨਾਹਗਾਰ ਦੀ ਗੱਲ ਹੋ ਰਹੀ ਹੈ, ਸਾਰਿਆਂ ਦੀ ਨਹੀਂ। ਹੋ ਸਕਦਾ ਬੜਿਆਂ ਤੇ ਬਖਸ਼ਿਸ਼ ਹੋਵੇ ਕਿ ਜਿਹੜੇ ਇੱਥੇ ਆਉਂਦੇ ਹੋਣ ਉਹਨਾਂ ਦਾ ਧਿਆਨ ਹੀ ਗੁਰਬਾਣੀ, ਸ਼ਬਦ, ਵਿਚਾਰ, ਅਰਥ, ਗੁਰੂ ਦੇ ਉਪਦੇਸ਼ ਵੱਲ ਲੱਗ ਜਾਂਦਾ ਹੋਵੇ, ਉਹਨਾਂ ਤੇ ਰਹਿਮਤ ਸਮਝਿਆ ਜਾ ਸਕਦਾ। ਪਰ ਅਪਰਾਧੀ ਦੀ ਗੱਲ ਕਰਨ ਲੱਗੇ ਭਗਤ ਕਬੀਰ ਜੀ ਕਹਿੰਦੇ ਨੇ ਸੁਭਾਅ ਨੋਟ ਕਰਨਾ ਚਾਹੀਦਾ। ਜੈ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਉੱਥੇ ਮੇਰਾ ਮਨ ਹੀ ਨਹੀਂ ਕਰਦਾ ਨਿਮਕ ਮਾਤਰ ਵੀ ਜਾਣ ਨੂੰ। ਉਧਰ ਮਨ ਹੀ ਕਰੇਗਾ ਜਿੱਥੇ ਸੱਚ ਦੀ ਗੱਲ ਹੋਏਗੀ, ਜਿੱਥੇ ਵਿਚਾਰ ਹੋਏਗੀ ਗੁਰੂ ਦੀ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਸਦਾ ਬਸੇਰਾ। ਹਮ ਐਸੇ ਅਪਰਾਧੀ, ਜਿਹੜੇ ਗੁਨਾਹਗਾਰ ਨੇ, ਅਵਗੁਣ ਵਾਲੇ ਨੇ, ਉਹਨਾਂ ਨਾਲ ਮੇਰਾ ਸਾਥ ਸੰਬੰਧ ਬਣ ਗਿਆ। ਜਿੰਨਾ ਕਲਬਾਂ ਨੂੰ ਜਾਣ ਵਾਲੇ ਪਾਸੇ ਮੇਰਾ ਪੈਰ ਤੁਰਦੇ ਨੇ ਨਾ, ਮਨ ਕਰਦਾ, ਉਹਨਾਂ ਗੁਰਦੁਆਰੇ ਵੱਲ ਨਹੀਂ ਕਰਦਾ। ਜੇ ਆ ਵੀ ਜਾਵਾਂ ਮਨ ਨਹੀਂ ਟਿਕਦਾ, ਮਨ ਟਿਕਾਉ ਚ ਨਹੀਂ ਹੁੰਦਾ, ਮਨ ਪਿਛੇ ਧਿਆਨ ਹੋਰ ਕੰਮਾਂ ਚ ਲੱਗਾ ਪਿਆ ਹੈ। ਪਰ ਮਾੜੇ ਕੰਮ ਕਰਨ ਲੱਗਿਆ ਉੱਥੇ ਮਨ ਜਿਹੜਾ ਛਾਲਾ ਮਾਰਦਾ, ਮਨ ਸ਼ਾਮਲ ਹੋ ਜਾਂਦਾ ਹੈ। ਕਿਤਨਾ ਪਿਆਰਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਾਣੀ ਚ ਆਖਿਆ, ਗੁਰੂ ਕਹਿੰਦੇ ਨੇ ਸੰਸਾਰ ਦੇ ਮਨੁੱਖਾਂ ਦਾ ਜੀਵਨ ਕਿਹੋ ਜਿਹੇ ਅਪਰਾਧਾਂ ਚੋਂ ਨਿਕਲ ਰਿਹਾ, ਕਿਹੋ ਜਿਹਾ ਗੁਨਾਹਗਾਰ ਬਣ ਗਏ। ਇਸ ਮਨੁੱਖ ਨੂੰ ਆਪਣੇ ਆਪ ਦੀ ਸੋਚ ਵਿਚਾਰ ਕਰ ਰਹੀ, ਇਹ ਮਨੁੱਖ ਆਪਣੇ ਤੇ ਨਿਗਾਹ ਨਾ ਮਾਰ ਸਕਿਆ, ਕੇਵਲ ਦੂਜਿਆਂ ਨੂੰ ਦੇਖਦਾ ਰਿਹਾ, ਦੂਜਿਆਂ ਨੂੰ ਦੇਖਦਾ ਰਿਹਾ। ਉੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਖਿਆ, ਕਹਿੰਦੇ ਜਿੱਥੇ ਕੋਈ ਨੱਚਣ ਗਾਉਣ ਵਾਲਾ ਆਇਆ ਹੋਵੇ ਨਾ, ਉੱਥੇ ਬੰਦਾ ਭੱਜ ਭੱਜ ਕੇ ਜਾਏਗਾ, ਉਹਨਾਂ ਅਖਾੜਿਆਂ ਨੂੰ ਸਮੁੱਚੇ ਪਰਿਵਾਰ ਲੈ ਕੇ ਪਹੁੰਚੇਗਾ ਕਿ ਗਾਂ ਗਾਂ ਹੋ ਕੇ ਬਈਏ। ਤੇ ਜਿੱਥੇ ਰੱਬ ਦੀ ਗੱਲ ਹੋ ਰਹੀ ਹੋਵੇ, ਉਧਰ ਸੁਸਤੀਆਂ ਉਬਾਸੀਆਂ ਆਉਣਗੀਆਂ, ਕਹੇਗਾ ਕੋਈ ਨਹੀਂ,
फिर सही वीकेंड पे चले जाके ਕਿਹੜੀ ਕੋਈ ਆਪਤਾ ਚਲੀ ਬਾਅਦ ਵਿੱਚ ਦੇਖ ਲਵਾਂਗੇ। ਉੱਥੇ ਇਹ ਬੰਦਾ ਸਮੇਂ ਨੂੰ ਵੇਖਦਾ ਕਦੋਂ ਜਾਣਾ ਚਾਹੀਦਾ ਕਦੋਂ ਨਹੀਂ। ਉੱਥੇ ਇਨਵਾਈਟ ਵਾਸਤੇ ਕਿਤੇ ਸਿੱਧਾ ਆਇਆ ਹੋਵੇ ਦੌੜ ਕੇ ਜਾਏਗਾ, ਪਾਰਟੀ ਜਾਣਾ ਹੋਵੇ ਤੇ ਸਾਰੇ ਕੰਮ ਛੱਡ ਦੇਗਾ ਕਿਉਂਕਿ ਉੱਥੇ ਪੀਣ ਨੂੰ ਮਿਲ ਜਾਣੀ ਹੈ, ਸੰਗਤ ਮਿਲ ਜਾਣੀ ਹੈ। ਇਹ ਬੰਦੇ ਦਾ ਸੁਭਾਅ ਹੈ। ਜੈ ਕਰ ਕਥਾ ਹੋਤ ਹਰ ਸੰਤਨ ਇੱਕ ਨਿਮੁਖ ਨਾ ਕੀਨੋ ਮੈਂ ਬੇਰਾ ਲੰਬਟ ਜੋ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਹੁਣ ਭਗਤ ਕਬੀਰ ਕਹਿੰਦੇ ਨੇ ਜੀਵਨ ਚ ਖਟਿਆ ਕੀ ਹੈ ਜੀ, ਕਮਾਇਆ ਕੀ ਹੈ, ਕੀ ਅੱਜ ਤੱਕ ਕਮਾਈ ਕੀਤੀ ਹੈ? ਕਾਮ ਕ੍ਰੋਧ ਮਾਇਆ ਮਦ ਮਤ ਸਰ ਇਹ ਸੰਪੈ ਮੋਹ ਮਾਹੀ। ਸੰਪੈ ਦਾ ਅਰਥ ਹੈ ਖਜ਼ਾਨਾ। ਆਹ ਖਜ਼ਾਨਾ ਮੈਂ ਇਕੱਠਾ ਕੀਤਾ ਆਪਣੇ ਜੀਵਨ ਦੇ ਵਿੱਚ। ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਇਹ ਖਜ਼ਾਨਾ ਆ ਬੈਂਕ ਬੈਲੈਂਸ ਹੈ ਮੇਰਾ। ਇਹ ਸੰਪੈ ਮੋਹ ਮਾਹੀ। ਤੇ ਕੰਗਾਲ ਕਿਹੜੇ ਵਾਲੇ ਬੰਨਿਓ ਰਹਿ ਗਿਆ? ਕਿਹੜੇ ਬੰਨਿਓ ਕੰਗਾਲ ਜੀ? ਦਇਆ ਧਰਮ ਕਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਹਮ ਐਸੇ ਅਪਰਾਧੀ। ਕੰਗਾਲ ਤੇ ਦਇਆ ਵਾਲੇ ਪਾਸਿਓ, ਕੰਗਾਲ ਤੇ ਧਰਮ ਵਾਲੇ ਪਾਸਿਓ। ਦਇਆ ਧਰਮ ਔਰ ਗੁਰ ਕੀ ਸੇਵਾ। ਗੁਰੂ ਦੀ ਸੇਵਾ ਕੀ ਹੈ ਜੀ? ਗੁਰ ਕੀ ਸੇਵਾ ਸ਼ਬਦ ਵਿਚਾਰ। ਮੈਂ ਸ਼ਬਦ ਵਿਚਾਰ ਹੀ ਨਹੀਂ ਕੀਤੀ, ਮੈਂ ਗੁਰੂ ਦਾ ਉਪਦੇਸ਼ ਦਿੱਤਾ ਸੰਭਾਲਿਆ ਹੀ, ਉਹਦੀ ਸੇਵਾ ਸੰਭਾਲ ਹੀ ਨਹੀਂ ਕੀਤੀ, ਸੰਭਾਲ ਨਾ ਸਕਿਆ। ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ। ਤੇ ਅਖੀਰ ਚ ਜਾ ਕੇ ਭਗਤ ਕਬੀਰ ਸਾਹਿਬ ਨੇ ਅਰਦਾਸ ਕੀਤੀ, ਮਾਲਕ ਤੇਰੇ ਕੋਈ ਆਸਰਾ, ਤੇਰਾ ਆਸਰਾ ਹੈ। ਅਰਦਾਸ ਕਰਦੇ ਆ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਵਚਨ ਪੈ ਹਾਰੀ। हे दीना दे दयाल मालक करता पुरख जी दीन दयाल कृपाल दामोदर भगत वचन पै हारी कहत कबीर भीड़ जन राखो। कबीर ये आख रहा है कि भीड़ विचों मैनू रख लवो। एहो जे संकट एहो जा मेरे जीवन दे विच ये अपराध वाला पासा तुरिया होया वा, मालक जी दे विचों मैनू आप कढो, मैनू मत समत दवो। कहत कबीर भीड़ जन राखो हर सेवा करो तुम्हारी। मैं अपने जीवन दे विच तुहाडे गुणां दी सेवा संभाल करां, अपने जीवन नूं समर्पित करां जिन्हां ने जी ते पिंड मालक ने तैयार करके दिता है। आओ उहदे अगे समर्पित करिए, उहदा उहनूं सौंप दईए। पर एक मैं बेनती कह के समाप्ति करां, किसी दी भी लई हुई चीज़ जदों असीं वरतदे हां, किसी दी होवे चीज़ साडी ना हो, पता होवे कि किसी दी मैं मंग के लई है, वरतों लई, कार विहार लई लई है, ते चंगा सुभाव इस गल का प्रतीक होंदा है कि असीं वो चीज़ उदां ही सबूती वापस करिए। जिहड़ी चीज़ लोड़ वास्ते मंग के लई है वो काम लैके असीं उदां ही वापस करिए जिद्दां उहदे कोलों लई है। उहनूं कट के छिल के वापस करना ये नेक सुभाव का नेक सोच का प्रतीक नहीं होया करता। गुरु कृपा करन, बख्शिश करन। जिस मालिक ने जियो पिंड सबूता दिता है, साबत सूरत दिता है, उसे तरह समर्पित करने की लोड़ है। बेअंत भुलां गलतियां मेरियां कल के दीवान दे विच हाज़री भर के खिमा ते जा चुका होगा। फतेह परवानो। वाहिगुरू जी का खालसा, वाहिगुरू जी की फतेह।